ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 1108। ਵਿਸਾਖ ਭਲਾ ਸਾਖਾ ਵੇਸ ਕਰੇ। ਵਿਸਾਖ ਦਾ ਮਹੀਨਾ ਕਿਹਾ ਚੰਗਾ ਲੱਗਦਾ ਹੈ। ਰੁੱਖਾਂ ਦੀਆਂ ਲਗਰਾਂ ਸੱਜ ਵਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ ਹਾਰ ਸ਼ਿੰਗਾਰ ਕਰਦੀਆਂ ਹਨ। ਧਨ ਦੇਖੇ ਹਰਿਦੁਆਰ ਆਵੋ ਦਿਆ ਕਰੇ। ਇਹਨਾਂ ਲਗਰਾਂ ਦਾ ਹਾਰ ਸ਼ਿੰਗਾਰ ਵੇਖ ਕੇ ਪਤੀ ਤੋਂ ਵਿਛੜੀ ਨਾਰ ਦੇ ਅੰਦਰ ਵੀ ਪਤੀ ਨੂੰ ਮਿਲਣ ਦੀ ਧਰੂੰ ਪੈਂਦੀ ਹੈ ਅਤੇ ਉਹ ਆਪਣੇ ਘਰ ਦੇ ਬੂਹੇ ਵਿੱਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤ ਰਾਣੀ ਦਾ ਸੁਹੱਪਣ ਸ਼ਿੰਗਾਰ ਵੇਖ ਕੇ ਉਮਾਂ ਭਰੀ ਜੀਵ ਇਸਤਰੀ ਆਪਣੇ ਹਿਰਦੇ ਦਰ 'ਤੇ ਪ੍ਰਭੂ ਪਤੀ ਦੀ ਉਡੀਕ ਕਰਦੀ ਹੈ ਅਤੇ ਆਖਦੀ ਹੈ, ਹੇ ਪ੍ਰਭੂ ਪਤੀ, ਮਿਹਰ ਕਰਕੇ ਮੇਰੇ ਹਿਰਦੇ ਘਰ ਵਿੱਚ ਆਓ। ਘਰ ਆਓ ਪਿਆਰੇ ਦੂਤਰ ਤਾਰੇ, ਤੁਧ ਬਿਨ ਆੜ ਨਾ ਮੋਲੋ। ਹੇ ਪਿਆਰੇ ਮੇਰੇ ਘਰ ਵਿੱਚ ਆਓ, ਮੈਨੂੰ ਇਸ ਵਿਖਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ। ਤੈਥੋਂ ਬਿਨਾਂ ਮੇਰੀ ਕਦਰ ਅੱਧੀ ਕੌੜੀ ਜਿਤਨੀ ਵੀ ਨਹੀਂ ਹੈ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਡੋਲੋ। ਪਰ ਇਹ ਮਿੱਤਰ ਪ੍ਰਭੂ, ਜੇ ਗੁਰੂ ਤੇਰਾ ਦਰਸ਼ਨ ਕਰਕੇ ਮੈਨੂੰ ਵੀ ਦਰਸ਼ਨ ਕਰਾ ਦੇਵੇ ਅਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ। ਦੂਰ ਨਾ ਜਾਣਾ ਅੰਤਰ ਮਾਣਾ, ਹਰ ਕਾ ਮੈਲ ਪਛਾਣਾ। ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਗਾ। ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵਸ ਰਿਹਾ ਹੈ। ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਏਗੀ ਜਿੱਥੇ ਤੂੰ ਵਸਦਾ ਹੈ। ਨਾਨਕ ਵਿਸਾਖੀ ਪਰ ਭਾਵੈ, ਸੁਰਤ ਸਰਦ ਮਨ ਭਾਣਾ। ਹੇ ਨਾਨਕ, ਵਿਸਾਖ ਵਿੱਚ ਕੁਦਰਤ ਰਾਣੀ ਦਾ ਸੁਹੱਪਣ ਸ਼ਿੰਗਾਰ ਵੇਖ ਕੇ ਉਹ ਜੀਵਨ ਇਸਤਰੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਜਿਸ ਦੀ ਕੁਦਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਜਿਸ ਦਾ ਮਾਣ ਸਿਫਤ ਸਲਾਹ ਵਿੱਚ ਗਿੱਝ ਜਾਂਦਾ ਹੈ। ਮਹਾਂ ਜੇਠ ਭਲਾ ਪ੍ਰੀਤਮ ਕਉ ਵਿਸਰੈ। ਜੇਠ ਮਹੀਨਾ ਉਹਨਾਂ ਨੂੰ ਹੀ ਚੰਗਾ ਲੱਗਦਾ ਜਿਨ੍ਹਾਂ ਨੂੰ ਪ੍ਰੀਤਮ ਕਦੇ ਨਹੀਂ ਵਿਸਰਦਾ। ਥਲ ਤਾਪੈ ਸਰ ਭਾਰ, ਥਲ ਤਾਪੈ ਸਰ ਭਾਰ, ਸਾਹ ਤਨ ਵਿਨਿਉ ਕਰੈ। ਜੇਠ ਮਹੀਨੇ ਵਿੱਚ ਲੋਆਂ ਪੈਣ ਨਾਲ ਭੱਠ ਵਾਂਗ ਥਲ ਤਪਣ ਲੱਗ ਪੈਂਦਾ ਹਨ। ਇਸੇ ਤਰ੍ਹਾਂ ਕਾਮਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਨ ਦੇ ਹਿਰਦੇ ਤਪਦੇ ਹਨ। ਉਹਨਾਂ ਦੀ ਤਪਸ਼ ਅਨੁਭਵ ਕਰਕੇ ਗੁਰਮੁਖ ਜੀਵ ਇਸਤਰੀ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਦੀ ਹੈ। ਤਨ ਵਿਨਿਉ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਉਸ ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲਦੀ ਹੈ ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ ਥਿਰ ਮਹਿਲ ਵਿੱਚ ਟਿਕਿਆ ਰਹਿੰਦਾ ਹੈ। ਉਸ ਅੱਗੇ ਜੀਵ ਇਸਤਰੀ ਬੇਨਤੀ ਕਰਦੀ ਹੈ, ਹੇ ਪ੍ਰਭੂ, ਮੈਂ ਤੇਰੀ ਸਿਫਤ ਸਲਾਹ ਕਰਦੀ ਹਾਂ ਤਾਂ ਕਿ ਤੈਨੂੰ ਚੰਗਾ ਲੱਗ ਪਵਾਂ। ਸਾਚੇ ਮੈਲ ਰਹੇ ਵਿਰਾਗੀ, ਆਵਣ ਦੇਹ ਨ ਆਵਾਂ। ਸਦਾ ਸਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੀ ਮਾਇਆ ਤੋਂ ਨਿਰਲੇ ਪ੍ਰਭੂ, ਤੂੰ ਮੈਨੂੰ ਆਗਿਆ ਦੇਵੇ, ਮੈਂ ਵੀ ਤੇਰੇ ਮਹਿਲ ਵਿੱਚ ਆ ਜਾਵਾਂ ਅਤੇ ਬਾਹਰਲੀ ਤਪਸ਼ ਤੋਂ ਬਚ ਸਕਾਂ। ਨਿਮਾਣੀ ਤਾਣੀ ਹਰ ਬਿਨ ਕਿਉਂ ਪਾਵਾਂ ਸੁਖ ਮੈਲੀ। ਜਿਤਨਾ ਚਿਰ ਜੀਵ ਇਸਤਰੀ ਪ੍ਰਭੂ ਤੋਂ ਵੱਖ ਰਹਿ ਕੇ ਵਿਕਾਰਾਂ ਦੀ ਤਪਸ਼ ਨਾਲ ਨਿਢਾਲ ਅਤੇ ਕਮਜ਼ੋਰ ਹੈ, ਉਤਨਾ ਚਿਰ ਤਪਸੋਂ ਬਚੇ ਹੋਏ ਪ੍ਰਭੂ ਦੇ ਮਹਿਲ ਦਾ ਆਨੰਦ ਨਹੀਂ ਮਾਣ ਸਕਦੀ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਹੇ ਨਾਨਕ, ਜੇਠ ਦੀ ਸੜਦੀ ਲੋ ਵਿੱਚ ਪ੍ਰਭੂ ਦੀ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾ ਲੈਣੀ ਵਾਲੀ ਜਿਹੜੀ ਜੀਵ ਇਸਤਰੀ ਪ੍ਰਭੂ ਨਾਲ ਜਾਣ ਪਛਾਣ ਪਾ ਲੈਂਦੀ ਹੈ, ਉਹ ਉਸ ਸ਼ਾਂਤ ਚਿੱਤ ਪ੍ਰਭੂ
ਪਰਕੀ ਹੋ ਜਾਂਦੀ, ਉਸ ਦੀ ਮਿਹਰ ਨਾਲ ਉਸ ਵਿੱਚ ਇੱਕ ਰੂਪ ਹੋ ਜਾਂਦੀ ਹੈ ਅਤੇ ਵਿਕਾਰਾਂ ਦੀ ਤਪਸ਼ ਤੋਂ ਲੋਹ ਤੋਂ ਬਚੀ ਰਹਿੰਦੀ ਹੈ। ਆਸਾੜ ਭੁਲਾ ਸੂਰਜ ਗਗਨ ਤਪੈ। ਜਦੋਂ ਹਾੜ ਮਹੀਨਾ ਚੰਗਾ ਜੋਬਨ ਵਿੱਚ ਹੁੰਦਾ ਹੈ, ਆਕਾਸ਼ ਵਿੱਚ ਸੂਰਜ ਤਪਦਾ ਹੈ। ਧਰਤੀ ਦੁੱਖ ਸਹੈ ਸੋਖੈ ਅਗਨ ਭਖੈ। ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ ਸਿਖਾਉਂਦਾ ਹੈ, ਧਰਤੀ ਦੁੱਖ ਸਹਾਰਦੀ ਹੈ। ਧਰਤੀ ਦੇ ਜੀਅ ਜੰਤ ਔਖੇ ਹੁੰਦੇ ਹਨ, ਧਰਤੀ ਅੱਗ ਵਾਂਗ ਭਖਦੀ ਹੈ। ਆਗਨ ਰਸ ਸੋਖੈ ਮਰੀਏ ਧੋਖੈ, ਧੀ ਸੋ ਕਿਰਤ ਨਾ ਹਾਰੇ। ਸੂਰਜ ਅੱਗ ਵਾਂਗ ਪਾਣੀ ਨੂੰ ਸਿਖਾਉਂਦਾ ਹੈ। ਹਰੇਕ ਦੀ ਜਿੰਦ ਕਰਾਹ ਕਰਾਹ ਕੇ ਦੁਖੀ ਹੁੰਦੀ ਹੈ, ਫਿਰ ਵੀ ਸੂਰਜ ਆਪਣਾ ਕਰਤੱਵ ਨਹੀਂ ਛੱਡਦਾ, ਕਰੀ ਜਾਂਦਾ ਹੈ। ਰਥ ਫਿਰੇ ਛਾਇਆ ਤਨ ਤਾਕੈ, ਢੀੜ ਲਵੈ ਮੰਜ ਬਾਰੇ। ਸੂਰਜ ਦਾ ਰਥ ਚੱਕਰ ਲਾਉਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ। ਵੀਂਡਾ ਵੀ ਬਾਹਰ ਜੂਹ ਵਿੱਚ ਰੁੱਖ ਦੀ ਛਾਵੇਂ ਟੀਂ ਟੀਂ ਪਿਆ ਕਰਦਾ ਹੈ। ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਉਂਦਾ ਦਿਸਦਾ ਹੈ। ਆਉਗਣ ਵਾਂਧ ਚੱਲੀ ਦੁਖ ਆਗੈ, ਸੁਖ ਤਿਸ ਸਾਚ ਸੰਭਾਲੇ। ਅਜਿਹੀ ਮਾਨਸਿਕ ਤਪਸ਼ ਦਾ ਦੁੱਖ ਉਸ ਜੀਵ ਇਸਤਰੀ ਦੇ ਸਾਹਮਣੇ ਭਾਵ ਜੀਵਨ ਸਫਰ ਵਿੱਚ ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ ਦੀ ਪੰਡ ਸਿਰ ਉੱਤੇ ਬੰਨ੍ਹ ਕੇ ਤੁਰਦੀ ਹੈ। ਆਤਮਿਕ ਆਨੰਦ ਸਿਰਫ ਉਸ ਨੂੰ ਹੀ ਹੈ ਜੋ ਸਦਾ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੀ ਹੈ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਇਹ ਨਾਨਕ, ਜਿਸ ਜੀਵ ਇਸਤਰੀ ਨੂੰ ਪ੍ਰਭੂ ਨੇ ਹਰੀ ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਰੀਰ ਵੀ ਸਾਥ ਬਣ ਜਾਂਦਾ ਹੈ। ਉਸ ਨੂੰ ਹਾੜ ਦੀ ਕਹਿਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਹੋ ਨਹੀਂ ਸਕਦਾ। ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ। ਹਾੜ ਦੀ ਅੱਤ ਦਰਜੇ ਦੀ ਤਪਸ਼ ਵਿੱਚ ਘਾਹ ਆਦਿਕ ਸੁੱਕ ਜਾਂਦਾ ਹੈ। ਉਸ ਤਪਸ਼ ਦੇ ਪਿੱਛੋਂ ਸਾਵਣ ਮਹੀਨੇ ਵਿੱਚ ਘਟਾਂ ਚੜ੍ਹਦੀਆਂ ਹਨ। ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਵੀ ਹਰਾ ਹੋ ਜਾਂਦਾ ਹੈ। ਉਸਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉੱਠਦਾ ਹੈ, ਹੇ ਮੇਰੇ ਮਨ, ਸਾਵਣ ਮਹੀਨੇ ਵਿੱਚ ਵਰਖਾ ਦੀ ਰੁੱਤ ਆ ਗਈ ਹੈ। ਬੱਦਲ ਵਰ ਰਹੇ ਹਨ, ਹੁਣ ਤੂੰ ਵੀ ਹਰਾ ਹੋ, ਤੂੰ ਵੀ ਉਮਾ ਵਿੱਚ ਆ। ਮੈਂ ਮਨ ਤਨ ਸਹੁ ਭਾਵੈ, ਫਿਰ ਪਰਦੇਸ ਸਦਾਏ। ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਫ ਉੱਠਦਾ ਹੈ। ਉਮਾ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿੱਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਬਿਰਹੋਂ ਵਿੱਚੋਂ ਇਉਂ ਆਖਦੀ ਹੈ, ਹੇ ਮਾਂ, ਇਹ ਬੱਦਲ ਵੇਖ ਵੇਖ ਕੇ ਮੈਨੂੰ ਆਪਣਾ ਪਤੀ ਮਨ ਵਿੱਚ ਰੋਮ ਰੋਮ ਵਿੱਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ। ਫਿਰ ਕਰ ਨਹੀਂ ਆਵੈ ਮਰੀਐ ਹਾਵੈ, ਦਾਮਣ ਚਮਕ ਡਰਾਏ। ਜਿਤਨਾ ਚਿਰ ਪਤੀ ਘਰ ਵਿੱਚ ਨਹੀਂ ਆਉਂਦਾ, ਮੈਂ ਹੌਂਕਿਆਂ ਨਾਲ ਮਰ ਰਹੀ ਹਾਂ। ਬਿਜਲੀ ਚਮਕ ਕੇ ਸੰਗੋਂ ਮੈਨੂੰ ਡਰਾ ਰਹੀ ਹੈ। ਸੇਜ ਅਕੀਲੀ ਖਰੀ ਦਹੇਲੀ, ਮਰਨ ਪਿਆ ਦੁਖ ਮਾਏ। ਪਤੀ ਦੇ ਵਿਛੋੜੇ ਵਿੱਚ ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ। ਪਤੀ ਤੋਂ ਵਿਛੋੜੇ ਦਾ ਦੁੱਖ ਮੈਨੂੰ ਮੌਤ ਬਰਾਬਰ ਹੋ ਗਿਆ ਹੈ। ਹਰ ਬਿਨ ਨੀਂਦ ਭੂਖ ਕਉ ਕੈਸੀ, ਕਾਪੜ ਤਨ ਨਾ ਸੁਖਾਏ। ਜਿਸ ਜੀਵ ਇਸਤਰੀ ਦੇ ਅੰਦਰ ਪ੍ਰਭੂ ਪਤੀ ਦਾ ਪਿਆਰ ਹੈ, ਵਿਰਹਨੀ ਨਾਰ ਵਾਂਗ ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾ ਨੀਂਦ ਨਾ ਭੁੱਖ। ਉਸ ਨੂੰ ਤਾਂ ਕੱਪੜਾ ਵੀ ਸਰੀਰ ਉੱਤੇ ਨਹੀਂ ਸੁਕਾਉਂਦਾ। ਸਰੀਰਕ ਸੁੱਖਾਂ ਦੇ ਕੋਈ ਵੀ ਸਾਧਨ ਉਸ 'ਤੇ ਮੈਨੂੰ ਧਰੂ ਨਹੀਂ ਪਾ ਸਕਦੇ। ਨਾਨਕ ਸਾਧ ਸੁਹਾਗਣ ਕੰਤੀ, ਫਿਰ ਕੇ ਅੰਕ ਸਮਾਏ। ਹੇ ਨਾਨਕ, ਉਹੀ ਭਾਗਾਂ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੀ ਹੈ। ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ। ਜਦੋਂ ਦਾ ਮਹੀਨਾ ਭਾਦੋਂ ਦਾ ਮਹੀਨਾ ਆ ਗਿਆ ਹੈ, ਪਰ ਜਿਹੜੀ ਜੀਵ ਇਸਤਰੀ ਭਰ ਜੋਬਨ ਵਿੱਚ ਜੋਬਨ ਦੇ ਮਾਨ ਭੁਲੇਖੇ ਵਿੱਚ ਗਲਤੀ ਖਾ ਗਈ, ਉਸ ਨੂੰ ਪਤੀ ਦੇ ਵਿਛੋੜੇ ਵਿੱਚ ਪਛਤਾਉਣਾ ਹੀ ਪਿਆ।
ਜਲ ਥਲ ਨੀਰ ਭਰੇ ਵਰਸ ਰੁੱਤੇ ਰੰਗ ਮਾਣੀ। ਵਰਖਾ ਰੁੱਤ ਵਿੱਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ। ਇਸ ਨਜ਼ਾਰੇ ਦਾ ਰੰਗ ਮਾਣਿਆ ਜਾ ਸਕਦਾ ਹੈ, ਪਰ ਭਰਮ ਵਿੱਚ ਭੁੱਲੀ ਜੀਵ ਇਸਤਰੀ ਨੂੰ ਨੀਰ ਭਰੇ ਥਾਂ ਚੰਗੇ ਨਹੀਂ ਲੱਗਦੇ। ਵਰਸੈ ਨਿਸਕਾਲੀ ਕਿਉਂ ਸੁਖ ਵਾਲੀ, ਦਾਦਰ ਮੋਰ ਲਭੰਤੇ। ਕਾਲੀ ਰਾਤ ਨੂੰ ਮੀਂਹ ਵਰਦਾ ਹੈ, ਡੱਡੂ ਗੁਲੂਆਂ ਕਰਦੇ ਹਨ, ਮੋਰ ਕੁਹਕਦੇ ਹਨ। ਪ੍ਰਿਯ ਪ੍ਰਿਯ ਚਵੈ ਬਬੀਹਾ, ਬੋਲੇ ਭੁੰਗਮ ਫਿਰੇ ਡਸੰਤੇ। ਬਬੀਹਾ ਵੀ ਪ੍ਰਿਯ ਪ੍ਰਿਯ ਕਰਦਾ ਹੈ, ਪਤੀ ਤੋਂ ਵਿਛੜੀ ਨਾਰ ਨੂੰ ਇਸ ਸੁਹਾਵਣੇ ਰੰਗ ਤੋਂ ਆਨੰਦ ਨਹੀਂ ਮਿਲਦਾ। ਮੱਛਰ ਡੰਕ ਸ਼ਹਿਰ ਪਰ ਸੂਪਰ, ਬਿਨ ਹਰ ਕਿਉਂ ਸੁਖ ਪਾਈਐ। ਉਸ ਨੂੰ ਤਾਂ ਭਾਦੋਂ ਵਿੱਚ ਇਹੀ ਦਿਸਦਾ ਹੈ ਕਿ ਸੱਪ ਡੰਗਦੇ ਫਿਰਦੇ ਹਨ, ਮੱਛਰ ਡੰਗ ਮਾਰਦੇ ਹਨ, ਚਫੇਰੇ ਛੱਪੜ ਤਲਾਬ ਮੀਂਹ ਦੇ ਪਾਣੀ ਨਾਲ ਨਕਾਨਕ ਭਰੇ ਹੋਏ ਹਨ। ਵਿਰਹਿਣੀ ਨਾਰ ਨੂੰ ਇਸ ਵਿੱਚ ਕੋਈ ਸਹਿਜ ਸਵਾਦ ਨਹੀਂ ਦਿਸਦਾ। ਇਸੇ ਤਰ੍ਹਾਂ ਜੀਵ ਇਸਤਰੀ ਨੂੰ ਪ੍ਰਭੂ ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ। ਉਸ ਨੂੰ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਕਿਸੇ ਰੰਗ ਤਮਾਸ਼ੇ ਵਿੱਚ ਆਤਮਿਕ ਆਨੰਦ ਨਹੀਂ ਮਿਲਦਾ। ਨਾਨਕ ਪੂਛ ਚੱਲੋਂ ਗੁਰ ਆਪਣੇ, ਜਹ ਪਰਬ ਤਹੀਂ ਜਾਈਐ। ਇਹ ਨਾਨਕ, ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਸ ਦੇ ਦੱਸੇ ਰਾਹ ਉੱਤੇ ਤੁਰਾਂਗੀ। ਜਿੱਥੇ ਪ੍ਰਭੂ ਪਤੀ ਮਿਲ ਸਕਦਾ ਹੋਵੇ ਉੱਥੇ ਹੀ ਜਾਵਾਂਗੀ। ਆਸਨ ਆਓ ਪਿਰਾ ਸਾ ਧਨ ਝੂਰ ਮੁਈ। ਭਾਦੋਂ ਦੇ ਘੁੰਮੇ ਤੋਂ ਤਰਕਾਟੇ ਲੰਘਣ ਤੋਂ ਅੱਸੂ ਦੀ ਮਿੱਠੀ ਰੁੱਤ ਵਿੱਚ ਇਸਤਰੀ ਦੇ ਦਿਲ ਵਿੱਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਅਤੇ ਮੈਂ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਤੋਂ ਵਿਛੋੜੇ ਵਿੱਚ ਕਾਮਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ, ਪ੍ਰਭੂ ਪਤੀ ਮੇਰੇ ਹਿਰਦੇ ਵਿੱਚ ਆ ਵਸ, ਅਤੇ ਇੱਥੋਂ ਵਿਛੜ ਕੇ ਮੈਂ ਹੌਂਕੇ ਲੈ ਲੈ ਕੇ ਆਤਮਿਕ ਮੌਤ 'ਤੇ ਮਰ ਰਹੀ ਹਾਂ। ਤਾਂ ਮਿਲੀਐ ਪਰ ਮੇਲੇ ਦੂਜੇ ਪਾਏ ਖਵਾਈ। ਮੈਕੀ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਮੈਂ ਉਜੜੇ ਪਈ ਹੋਈ ਹਾਂ। ਹੇ ਪ੍ਰਭੂ, ਤੈਨੂੰ ਤਦੋਂ ਹੀ ਮਿਲ ਸਕਦੀ ਹੈ ਜੇ ਤੂੰ ਆਪ ਮਿਲਾਈ। ਝੂਠ ਵਿਗੂਤੀ ਤਾਂ ਫਿਰ ਮੂਤੀ, ਕੂਕੈ ਕਹਾ ਸੇ ਫੂਲੇ। ਜਦੋਂ ਤੋਂ ਦੁਨੀਆ ਦੇ ਝੂਠੇ ਮੂੰਹ ਵਿੱਚ ਫਸ ਕੇ ਮੈਂ ਖੁਆਰ ਹੋ ਰਹੀ ਹਾਂ, ਤਦੋਂ ਤੋਂ ਹੇ ਪਤੀ ਤੈਥੋਂ ਵਿਛੜੀ ਹੋਈ ਹਾਂ। ਪਿਲਛੀ ਅਤੇ ਕਾਹੀ ਦੇ ਸਫੈਦ ਬੂਰ ਵਾਂਗ ਮੇਰੇ ਕੇਸ ਚਿੱਟੇ ਹੋ ਗਏ ਹਨ। ਕੂਕਹਿ ਕਹਾ ਸੇ ਫੂਲੇ। ਆਗੇ ਘਾਮ ਪਾਛੇ ਰੁੱਤ ਜਾੜਾ, ਦੇਖ ਚਲਤ ਮਨ ਡੋਲੇ। ਮੇਰੇ ਸਰੀਰ ਦਾ ਨਿੱਘ ਅਗਾਂਹ ਲੰਘ ਗਿਆ ਹੈ, ਘਟ ਗਿਆ ਹੈ, ਉਸਦੇ ਪਿੱਛੇ ਪਿੱਛੇ ਸਰੀਰ ਕਮਜ਼ੋਰੀ ਆ ਰਹੀ ਹੈ। ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ, ਕਿਉਂਕਿ ਅਜੇ ਤੱਕ ਤੇਰਾ ਦੀਦਾਰ ਨਹੀਂ ਹੋ ਸਕਿਆ। ਦੈ ਦਿਸ ਸਾਖ ਹਰੀ ਹਰਿਆਵਲ, ਸਹਿਜ ਪੱਕੇ ਸੋ ਮੀਠਾ। ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮੈਂ ਡੋਲਦਾ ਹਾਂ, ਪਰ ਹਰ ਪਾਸੇ ਬਨਸਪਤੀ ਦੀਆਂ ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ ਇਹੋ ਧੀਰਜ ਆਉਂਦੀ ਹੈ ਕਿ ਅਡੋਲ ਅਵਸਥਾ ਵਿੱਚ ਜਿਹੜਾ ਜੀਵ ਦਿਲ ਰਹਿੰਦਾ ਹੈ, ਉਸ ਨੂੰ ਪ੍ਰਭੂ ਮਿਲਾਪ ਦੀ ਮਿਠਾਸ ਖੁਸ਼ੀ ਮਿਲਦੀ ਹੈ। ਨਾਨਕ ਅਸਨ ਮਿਲੋ ਪਿਆਰੇ, ਸਤਿਗੁਰ ਭਏ ਵਸੀਠਾ। ਹੇ ਨਾਨਕ, ਅੱਸੂ ਦੀ ਮਿੱਠੀ ਰੁੱਤ ਵਿੱਚ ਤੂੰ ਵੀ ਅਰਦਾਸ ਕਰ ਤੇ ਆਖ, ਹੇ ਪਿਆਰੇ ਪ੍ਰਭੂ ਮਿਹਰ ਕਰ, ਗੁਰੂ ਦੇ ਰਾਹੀਂ ਮੈਨੂੰ ਮਿਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।